ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਅਮਰਦਾਸ ਪਰਸਿਐ ਪਹੁਮ ਪਾਤਕ ਬਿਨਾਸੈ। ਗੁਰ ਅਮਰਦਾਸ ਪਰਸਿਐ ਸਿੱਧ ਸਾਧਕ ਅਸਾਸੈ। ਗੁਰ ਅਮਰਦਾਸ ਪਰਸਿਐ ਧਿਆਨ ਲਹੀਐ ਪਉ ਮੁਕੇਹ। ਗੁਰ ਅਮਰਦਾਸ ਪਰਸਿਐ ਅਭਉ ਲਭੈ ਗਉ ਚੁਕੇਹ। ਇਕ ਬਿਨ ਦੁਗਣ ਜੋ ਤਉ ਰਹੈ ਜਾਂ ਸੋ ਮਿੱਤਰ ਮਾਨਵੈ ਲਹੈ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਰਿਆਦਾ ਅਨੁਸਾਰ ਲੜਕੇ ਲੜਕੀ ਦੇ ਵਿਵਾਹ ਦੀ ਰਸਮ ਤਦ ਹੀ ਪੂਰਨ ਹੁੰਦੀ ਹੈ ਜਦ ਲਾਵਾਂ ਦੇ ਪਾਠ ਉਪਰੰਤ ਆਨੰਦ ਸਾਹਿਬ ਦਾ ਪਾਠ ਕਰ ਲਿਆ ਜਾਵੇ। ਇਸੇ ਕਰਕੇ ਇਸ ਵਿਆਹ ਰੀਤੀ ਦਾ ਨਾਮ ਆਨੰਦ ਕਾਰਜ ਪ੍ਰਸਿੱਧ ਹੈ। ਇਉਂ ਇਹਨਾਂ ਦੋਹਾਂ ਬਾਣੀਆਂ ਦਾ ਆਪਸ ਵਿੱਚ ਗੂੜਾ ਸੰਬੰਧ ਹੈ। ਇਸ ਲਈ ਆਪਾਂ ਅੱਜ ਆਨੰਦ ਸਾਹਿਬ ਦੇ ਨਾਲ ਲਾਵਾਂ ਦਾ ਟੀਕਾ ਅਤੇ ਆਨੰਦ ਕਾਰਜ ਦੀ ਮਰਿਆਦਾ ਸਰਵਣ ਕਰਾਂਗੇ। ਆਨੰਦ ਕਾਰਜ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੱਜੇ ਹੱਥ ਬੈਠ ਕੇ ਰਾਗੀ ਸਿੰਘ ਕੀਰਤਨ ਆਰੰਭ ਕਰਦੇ ਹਨ। ਗ੍ਰੰਥੀ ਸਿੰਘ ਤਾਬਿਆਂ ਵਿੱਚ ਬੈਠਦਾ ਹੈ। ਧੇਤੇ ਰਾਗੀ ਸਿੰਘਾਂ ਦੇ ਪਿੱਛੇ ਤੇ ਪੁਤੇਤੇ ਰਾਗੀ ਸਿੰਘਾਂ ਦੇ ਸਾਹਮਣੇ ਬੈਠਦੇ ਹਨ। ਜਦ ਸਮੇਂ ਅਨੁਸਾਰ ਰਾਗੀ ਸਿੰਘ ਕੀਰਤਨ ਕਰ ਲੈਣ ਤਾਂ ਪਹਿਲਾਂ ਲੜਕੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾ ਕੇ ਫਿਰ ਉਸ ਦੇ ਖੱਬੇ ਹੱਥ ਕੰਨਿਆ ਨੂੰ ਬਿਠਾਇਆ ਜਾਂਦਾ ਹੈ। ਉਪਰੰਤ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਹਨ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਇਸ ਉਪਰੰਤ ਕਾਰਜ ਕਰਤਾ ਲੜਕੇ ਲੜਕੀ ਅਤੇ ਉਹਨਾਂ ਦੇ ਪਿਤਾ ਮਾਤਾ ਨੂੰ ਖੜਾ ਕਰਕੇ ਅਰਦਾਸ ਆਰੰਭ ਦਾ ਅਰਦਾਸਾ ਕਰਦੇ ਹਨ। ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ। ਤਾ ਕੋ ਬਿਗਨ ਨਾ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤੋਂ ਸ਼ੁਰੂ ਕਰਕੇ ਸੰਪੂਰਨ ਅਰਦਾਸ ਦੇ ਅੰਤ ਤੇ ਕਹਿਣਾ ਹੈ, ਹੇ ਨਿਮਾਣਿਆਂ ਦੇ ਮਾਣ, ਨਿਆਸਰਿਆਂ ਦੇ ਆਸਰੇ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਬੀਬੀ ਫਲਾਣੀ ਕੌਰ ਸਪੁੱਤਰੀ ਸਰਦਾਰ ਫਲਾਣਾ ਸਿੰਘ ਜੀ ਅਤੇ ਕਾਕਾ ਭਾਈ ਸਰਦਾਰ ਫਲਾਣਾ ਸਿੰਘ ਜੀ ਸਪੁੱਤਰ ਫਲਾਣਾ ਸਿੰਘ ਜੀ ਦਾ ਆਨੰਦ ਕਾਰਜ ਵਾਸਤੇ ਦੋਹਾਂ ਪਾਸਿਆਂ ਦੇ ਸੰਬੰਧੀ ਅਤੇ ਸੱਜਣ ਆਪ ਜੀ ਦੇ ਹਜ਼ੂਰ ਹਾਜ਼ਰ ਹੋਏ ਹਨ। ਆਪ ਜੀ ਆਪਣਾ ਅਟਲ ਹੁਕਮ ਬਖਸ਼ ਕੇ ਕਾਰਜ ਕਰਨ ਦੀ ਆਗਿਆ ਬਖਸ਼ੋ। ਜੋ ਸਰਣ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਦਾ। ਕਾਰਜ ਨਿਰਵਿਘਨ ਸਮਾਪਤ ਹੋਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਵਰ ਕੰਨਿਆ ਅਤੇ ਉਹਨਾਂ ਦੇ ਮਾਤਾ ਪਿਤਾ ਆਪੋ ਆਪਣੀਆਂ ਥਾਵਾਂ ਤੇ ਬੈਠ ਜਾਂਦੇ ਹਨ। ਗ੍ਰੰਥੀ ਸਿੰਘ ਕੁਝ ਸ਼ਲੋਕ ਪੜ੍ਹ ਕੇ ਮਹਾਰਾਜ ਜੀ ਦਾ ਹੁਕਮ ਲੈਂਦਾ ਹੈ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ। ਸਰਣ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ। ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਤਰ੍ਹਾਂ ਦੇ ਸ਼ਲੋਕ ਪੜ੍ਹ ਕੇ ਮਹਾਰਾਜ ਜੀ ਦਾ ਹੁਕਮ ਲੈਂਦੇ ਹਨ। ਮਹਾਰਾਜ ਜੀ ਦਾ ਹੁਕਮ ਲੈਣ ਉਪਰੰਤ ਕਾਰਜ ਕਰਤਾ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਆਖਦਾ ਹੈ, ਮਾਣਯੋਗ ਸੱਜਣੋ, ਆਪ ਉਸ ਭਾਗਾਂ ਵਾਲੇ ਸਮੇਂ ਤੇ ਇਕੱਤਰ ਹੋਏ ਬੈਠੇ ਹੋ ਜਿਸ ਦੀ ਧੇਤੇ ਪੁਤੇਤੇ ਚਿਰਾਂ ਤੋਂ ਉਡੀਕ ਤੇ ਤਿਆਰੀ ਕਰ ਰਹੇ ਸਨ। ਆਦਿ ਕਾਲ ਵਿੱਚ ਜਦ ਬ੍ਰਹਮਾ ਤੋਂ ਸ੍ਰਿਸ਼ਟੀ ਪੈਦਾ ਹੋਈ ਤਦੋਂ ਤੋਂ ਬਹੁਤੇ ਲੋਕ ਜਪਾਂ ਤਪਾਂ ਵਿੱਚ ਹੀ ਪ੍ਰਵਿਰਤ ਰਹਿੰਦੇ ਸਨ। ਜਦ ਉਹਨਾਂ ਨੂੰ ਗ੍ਰਸਤ ਦੀ ਇੱਛਾ ਹੁੰਦੀ ਸੀ ਤਾਂ ਉਹ ਦੂਜੇ ਰਿਖੀ ਪਾਸ
ਜਿਸ ਦੇ ਜਵਾਨ ਕੰਨਿਆ ਹੁੰਦੀ ਸੀ ਉਸ ਪਾਸ ਚਲੇ ਜਾਂਦੇ ਸਨ ਅਤੇ ਪ੍ਰਜਾਪਤੀ ਰੀਤੀ ਅਨੁਸਾਰ ਸੰਤਾਨ ਪੈਦਾ ਕਰਨ ਵਾਸਤੇ ਗ੍ਰਸਥ ਧਾਰਨ ਕਰ ਲੈਂਦੇ ਸਨ। ਫਿਰ ਜਦ ਪ੍ਰਜਾ ਵਧੇਰੇ ਹੋ ਗਈ ਤਾਂ ਸਵੰਬਰ ਰਚ ਕੇ ਵਿਆਹ ਹੋਣ ਲੱਗ ਪਏ, ਜੈਸਾ ਕਿ ਸੀਤਾ ਜੀ ਅਤੇ ਦ੍ਰੋਪਦੀ ਆਦਿ ਦੇ ਪ੍ਰਸਿੱਧ ਹਨ। ਉਪਰੰਤ ਜਦ ਸਵੰਬਰਾਂ ਵਿੱਚ ਇਕੱਠੇ ਹੋਏ, ਵਿਆਹ ਦੇ ਇੱਛਾਵਾਨਾਂ ਦੇ ਆਪਸ ਵਿੱਚ ਲੜਾਈ ਝਗੜੇ ਤੇ ਖੂਨ ਖਰਾਬੇ ਹੋਣ ਲੱਗ ਪਏ, ਜੈਸਾ ਕਿ ਕਨੇਜ ਦੇ ਰਾਜਾ ਜੈ ਚੰਦ ਦੀ ਲੜਕੀ ਦੇ ਸਵੰਬਰ ਸਮੇਂ ਉਸਨੂੰ ਪ੍ਰਿਥੀ ਰਾਜ ਚੌਹਾਨ ਦਿੱਲੀ ਦਾ ਰਾਜਾ ਲੜਾਈ ਕਰਕੇ ਖੋਹ ਕੇ ਲੈ ਗਿਆ ਸੀ ਅਤੇ ਇਸ ਝਗੜੇ ਦੇ ਕਾਰਨ ਦੋਹਾਂ ਹਿੰਦੂ ਰਾਜਿਆਂ ਦਾ ਮੁਸਲਮਾਨਾਂ ਹੱਥੋਂ ਅੰਤ ਹੋ ਗਿਆ। ਸੋ ਸਵੰਬਰ ਦੀ ਇਹ ਅੰਤਿਮ ਕਹਾਣੀ ਸੀ। ਉਪਰੰਤ ਇਹ ਰੀਤੀ ਛੱਡ ਕੇ ਬ੍ਰਹਮ ਵਿਆਹ ਦੀ ਰੀਤੀ ਚਲਾਈ ਗਈ। ਇਸ ਰੀਤੀ ਵਿੱਚ ਲੜਕੀ ਦਾ ਪਿਤਾ ਤਥਾ ਵਾਰਸ ਲੜਕੀ ਵਾਸਤੇ ਯੋਗ ਵਰ ਨੂੰ ਪਸੰਦ ਕਰਕੇ ਆਪਣੀ ਜਾਤੀ ਅਤੇ ਧਰਮ ਦੇ ਨਿਯਮਾਂ ਅਨੁਸਾਰ ਲੜਕੀ ਨੂੰ ਗਹਿਣੇ ਕੱਪੜੇ ਸਹਿਤ ਦਾਨ ਕਰਦਾ ਹੈ। ਇਹੀ ਰੀਤੀ ਹੀ ਅੱਜ ਕੱਲ੍ਹ ਭਾਰਤ ਵਰਸ਼ ਵਿੱਚ ਪ੍ਰਚਲਿਤ ਤੇ ਪ੍ਰਧਾਨ ਹੈ। ਕੱਤਕ ਸੰਮਤ 1765 ਵਿੱਚ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਮਿਲੀ ਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦੇ ਹੁਕਮ ਅਨੁਸਾਰ ਗੁਰਸਿੱਖਾਂ ਨੇ ਆਪਣੇ ਸਾਰੇ ਸੰਸਕਾਰ ਇਸ ਗੁਰਬਾਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਕਰਨੇ ਆਰੰਭ ਕਰ ਦਿੱਤੇ। ਇਹਨਾਂ ਸੰਸਕਾਰਾਂ ਵਿੱਚੋਂ ਹੀ ਇੱਕ ਪਰਮ ਪ੍ਰਸਿੱਧ ਆਨੰਦ ਕਾਰਜ ਹੈ। ਇਹ ਕਾਰਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਸੂਹੀ ਰਾਗ ਵਿੱਚ ਉਚਾਰਨ ਕੀਤੀਆਂ ਹੋਈਆਂ ਲਾਵਾਂ ਦੇ ਆਧਾਰ ਉੱਤੇ ਸਿੱਖਾਂ ਵਿੱਚ ਬਹੁਤ ਪ੍ਰਚਲਿਤ ਹੋ ਗਿਆ ਸੀ। ਆਨੰਦ ਕਾਰਜ ਕਰਨ ਦੇ ਸਮੇਂ ਨਿਯਮਾਂ ਦੀ ਇੱਕ ਸਾਰਤਾ ਹੋਣੀ ਚਾਹੀਦੀ ਹੈ। ਵੱਖ-ਵੱਖ ਥਾਵਾਂ ਤੇ ਸ਼ਹਿਰਾਂ ਨਗਰਾਂ ਵਿੱਚ ਵੱਖ-ਵੱਖ ਢੰਗ ਦੇ ਤਰੀਕੇ ਨਹੀਂ ਹੋਣੇ ਚਾਹੀਦੇ। ਲਾਵਾਂ ਦੇ ਸਮੇਂ ਵਰ ਕੰਨਿਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਜ਼ਰੂਰ ਹੀ ਕਰਨੀਆਂ ਚਾਹੀਦੀਆਂ ਹਨ। ਪਰਿਕਰਮਾ ਦਾ ਭਾਵ ਹੈ ਕਿ ਸਤਿਗੁਰੂ ਜੀ ਤੋਂ ਵਾਰਨੇ ਫੇਰਨੇ ਜਾਣਾ ਅਤੇ ਉਹਨਾਂ ਦੀ ਪ੍ਰਸੰਨਤਾ ਪ੍ਰਾਪਤ ਕਰਨਾ ਹੁੰਦਾ ਹੈ। ਜਿਵੇਂ ਦਰਬਾਰ ਸਾਹਿਬ ਤੇ ਹੋਰ ਗੁਰਦੁਆਰੇ ਮੰਦਰਾਂ ਵਿੱਚ ਸਾਰੇ ਸ਼ਰਧਾਲੂ ਪ੍ਰੇਮੀ ਮਾਈ ਭਾਈ ਬੱਚੇ ਬੁੱਢੇ ਆਪਣੇ ਇਸ਼ਟ ਦੀ ਪਰਿਕਰਮਾ ਕਰਕੇ ਆਪਣੀ ਸ਼ਰਧਾ ਪ੍ਰੇਮ ਅਤੇ ਸਤਿਕਾਰ ਪ੍ਰਗਟ ਕਰਦੇ ਹਨ। ਉਸੇ ਤਰ੍ਹਾਂ ਹੀ ਇਸ ਸਮੇਂ ਇੱਕ ਲਾਮ ਦਾ ਪਾਠ ਸੁਣ ਕੇ ਉਸ ਨੂੰ ਸਤਿਕਾਰ ਨਾਲ ਪ੍ਰਵਾਨ ਕਰਨ ਵਾਸਤੇ ਵਰ ਕੰਨਿਆ ਵਾਸਤੇ ਪਰਿਕਰਮਾ ਕਰਨੀ ਜ਼ਰੂਰੀ ਹੁੰਦੀ ਹੈ। ਕਾਰਜਕਰਤਾ ਵਰ ਕੰਨਿਆ ਨੂੰ ਸੰਬੋਧਨ ਕਰਕੇ ਆਖਦਾ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਹੇ ਸੁਭਾਗ ਜੋੜੀ। ਸਤਿਗੁਰੂ ਜੀ ਦੇ ਇਸ ਵਾਕ ਅਨੁਸਾਰ ਤੁਸੀਂ ਅੱਜ ਜਿਸ ਗ੍ਰਸਥ ਧਰਮ ਨੂੰ ਧਾਰਨ ਕਰਨ ਲੱਗੇ ਹੋ, ਇਹੀ ਸੰਸਾਰ ਦਾ ਮੂਲ ਧਰਮ ਹੈ, ਕਿਉਂਕਿ ਇਸ ਦਾ ਨੀਂਹ ਪੱਥਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆਪ ਹੀ ਰੱਖਿਆ ਸੀ। ਇਸ ਦੀ ਰਚਨਾ ਤੋਂ ਪਹਿਲਾਂ ਪਰਮਾਤਮਾ ਇੱਕ ਜੋਗੀ ਦੇ ਰੂਪ ਵਿੱਚ 36 ਯੁਗਾਂ ਤੋਂ ਸਮਾਧੀ ਲਾ ਕੇ ਬੈਠਾ ਹੋਇਆ ਸੀ। ਫਿਰ ਜਦ ਇਸ ਨੂੰ ਪਰਲੈ ਵਿੱਚ ਲੈ ਹੋ ਚੁੱਕੇ ਜੀਵਾਂ ਦੇ ਕਰਮਾਂ ਨੇ ਬੇਨਤੀ ਕੀਤੀ ਕਿ ਇਹ ਆਦਿ ਸ਼ਕਤੀ ਆਪ ਉਦ-ਬੁੱਧ ਹੋ ਕੇ ਸ੍ਰਿਸ਼ਟੀ ਦੀ ਰਚਨਾ ਕਰੋ ਅਤੇ ਸਾਡੇ ਪਿਛਲੇ ਜਨਮਾਂ ਦੇ ਸੰਚਿਤ ਕਰਮ ਸਾਨੂੰ ਭੁਗਤਾਓ, ਤਦ ਪਰਮਾਤਮਾ ਨੇ ਜੀਵਾਂ ਦੀ ਇਹ ਬੇਨਤੀ ਪ੍ਰਵਾਨ ਕਰਕੇ ਆਪਣੀ ਇੱਛਾ ਰੂਪ ਮਾਇਆ ਇੱਕ ਤੋਂ ਅਨੇਕ ਹੋ ਜਾਵਾਂ ਪ੍ਰਗਟ ਕਰਕੇ ਬਹੁਤ ਰੂਪਾਂ ਰੰਗਾਂ ਦੀ ਸ੍ਰਿਸ਼ਟੀ ਰਚ ਦਿੱਤੀ। ਜੈਸਾ ਕਿ ਸ਼੍ਰੀ ਜਪਜੀ ਸਾਹਿਬ ਵਿੱਚ ਵਰਣਨ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਅਰਥਾਤ ਵਾਹਿਗੁਰੂ ਦੀ ਇੱਕ ਮਾਇਆ ਤੋਂ ਤਿੰਨ ਚੇਲੇ ਨਾਦੀ ਪੁੱਤਰ, ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀ ਬਾਣ ਸ਼ਿਵ ਜੀ ਸੰਕੇਤ ਹੋਏ ਅਤੇ ਉਹਨਾਂ ਨੂੰ ਹੋਰ ਸ੍ਰਿਸ਼ਟੀ ਪੈਦਾ ਕਰਨ ਦੀ ਆਗਿਆ ਕੀਤੀ ਗਈ। ਇਸ ਵਾਸਤੇ ਇਹ ਇੱਕ ਮਹਾਨ ਧਰਮ ਹੈ ਜਿਸ ਨੂੰ ਰਿਖੀਆਂ ਮੁਨੀਆਂ ਪੀਰਾਂ ਪੈਗੰਬਰਾਂ ਤੇ ਅਵਤਾਰਾਂ ਨੇ ਆਪ ਧਾਰਨ ਕੀਤਾ ਅਤੇ ਸੰਸਾਰੀਆਂ ਨੂੰ ਧਾਰਨ ਕਰਨ ਵਾਸਤੇ ਆਗਿਆ ਕੀਤੀ। ਹੋਰ ਧਰਮ ਜੋਗੀ ਜੰਗਮ ਸੰਨਿਆਸੀ ਅਤੇ ਬ੍ਰਹਮਚਾਰੀ ਆਦਿ ਸਭ ਗ੍ਰਸਥ ਧਰਮ ਵਿੱਚੋਂ ਹੀ ਪੈਦਾ ਹੁੰਦੇ ਹਨ ਅਤੇ ਗ੍ਰਸਤੀਆਂ ਪਾਸੋਂ ਹੀ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਦੇ ਹਨ। ਇਹਨਾਂ ਧਰਮਾਂ ਦੇ ਧਾਰਨ ਵਾਲੇ ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਅਤੇ ਨਿਰੰਜਨ ਤੀਰਥਾਂ ਦੇ ਕਿਨਾਰਿਆਂ ਤੇ ਵਾਸ ਕਰਕੇ ਭੁੱਖੇ ਤਿਹਾਏ ਤੇ ਨੰਗੇ ਰਹਿ ਕੇ ਜੀਵਨ ਬਤੀਤ ਕਰਕੇ ਮੁਕਤੀ ਦੀ ਪ੍ਰਾਪਤੀ ਦੱਸਦੇ ਹਨ। ਪਰੰਤੂ ਸਤਿਗੁਰੂ ਜੀ ਫਰਮਾਉਂਦੇ ਹਨ, ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੈ ਹੋਵੈ ਮੁਕਤ।
ਅਰਥਾਤ ਗ੍ਰਸਤੀ ਜੀਵਨ ਵਿੱਚ ਜੇ ਕੋਈ ਇਸ ਦੀ ਪੂਰਨ ਜੁਗਤੀ ਧਾਰਨ ਕਰ ਲਵੇ ਤਾਂ ਉਸ ਦੀ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਇਸ ਦੇ ਵਿੱਚ ਹੀ ਮੁਕਤੀ ਹੋ ਜਾਂਦੀ ਹੈ। ਘਰ-ਬਾਰ ਛੱਡਣ ਦੀ ਕੋਈ ਲੋੜ ਨਹੀਂ ਹੈ। ਗ੍ਰਸਤ ਵਿੱਚ ਕਈ ਵਾਰੀ ਦੁੱਖ ਤਕਲੀਫਾਂ ਵੀ ਹੁੰਦੀਆਂ ਹਨ, ਪਰ ਇਹਨਾਂ ਦਾ ਕਿਸੇ ਦੂਸਰੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹ ਦੁੱਖ ਸੁੱਖ ਮਾਤਾ ਦੇ ਗਰਭ ਵਿੱਚ ਹੀ ਇੱਕ ਦੂਜੇ ਦੇ ਕਰਮਾਂ ਅਨੁਸਾਰ ਦੋਹਾਂ ਦੇ ਸੰਜੋਗਾਂ ਨਾਲ ਮੇਲ ਕੇ ਪਾਏ ਜਾਂਦੇ ਹਨ। ਇਹੀ ਗੱਲ ਸਾਂਖ ਸ਼ਾਸਤਰ ਦੇ ਕਰਤਾ ਕਪਲਦੇਵ ਰਿਖੀ ਨੇ, ਜਿਹੜਾ 24 ਅਵਤਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਆਪਣੀ ਮਾਤਾ ਦੇਵਹੂਤੀ ਨੂੰ ਦੱਸੀ ਸੀ। ਕਪਲਦੇਵ ਦੀ ਮਾਤਾ ਨੇ ਪੁੱਛਿਆ ਸੀ ਕਿ ਬੇਟਾ, ਇਹ ਜੀਵ ਸੰਸਾਰ ਵਿੱਚ ਦੁੱਖ ਸੁੱਖ ਕਿਸ ਤਰ੍ਹਾਂ ਭੋਗਦਾ ਹੈ। ਮੁਨੀ ਨੇ ਦੱਸਿਆ ਕਿ ਮਾਤਾ ਜੀ, ਇਸਤਰੀ ਪੁਰਸ਼ ਦੇ ਸੰਬੰਧ ਉਪਰੰਤ 4 ਮਹੀਨੇ ਤੱਕ ਇਸ ਸਰੀਰ ਦੇ ਅੰਗ ਪਤੰਗ ਬਣ ਕੇ ਪੂਰਨ ਹੋ ਜਾਂਦੇ ਹਨ। 5ਵੇਂ ਮਹੀਨੇ ਇਸ ਮਿੱਟੀ ਦੇ ਖਿਡੌਣੇ ਵਿੱਚ ਜੀਅ ਪਾਉਣ ਤੋਂ ਪਹਿਲਾਂ ਮਾਤਾ ਪਿਤਾ ਦੇ ਕਰਮ ਵੇਖੇ ਜਾਂਦੇ ਹਨ ਕਿ ਇਹਨਾਂ ਨੂੰ ਇਸ ਸੰਤਾਨ ਲੜਕਾ ਜਾਂ ਲੜਕੀ ਤੋਂ ਕਰਮਾਂ ਵਿੱਚ ਦੁੱਖ ਲਿਖਿਆ ਹੈ ਜਾਂ ਸੁੱਖ। ਫਿਰ ਇਸ ਕਲਬੂਤ ਵਿੱਚ ਪੈ ਕੇ ਪੈਦਾ ਹੋਣ ਵਾਲੇ ਜੀਵਾਂ ਦੇ ਕਰਮਾਂ ਨੂੰ ਪੜਚੋਲਿਆ ਜਾਂਦਾ ਹੈ ਕਿ ਕਿਸ ਨੇ ਪੈਦਾ ਹੋ ਕੇ ਆਪਣੇ ਕਰਮਾਂ ਅਨੁਸਾਰ ਮਾਤਾ ਪਿਤਾ ਨੂੰ ਸੁੱਖ ਦੇਣਾ ਹੈ ਤੇ ਕਿਸ ਨੇ ਦੁੱਖ ਦੇਣਾ ਹੈ। ਇਸ ਤਰ੍ਹਾਂ ਜਦ ਸੁੱਖ ਦੇਣ ਵਾਲੀ ਸੰਤਾਨ ਦੇ ਸੁੱਖ ਲੈਣ ਵਾਲੇ ਮਾਤਾ ਪਿਤਾ ਨਾਲ ਅਥਵਾ ਦੁੱਖ ਦੇਣ ਵਾਲੀ ਸੰਤਾਨ ਦੇ ਦੁੱਖ ਲੈਣ ਵਾਲੇ ਮਾਤਾ ਪਿਤਾ ਨਾਲ ਕਰਮ ਮਿਲ ਜਾਣ ਤਾਂ ਫਿਰ ਐਸਾ ਜੀਵ ਇਸ ਮਾਸ ਦੇ ਕਲਬੂਤ ਵਿੱਚ ਪਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਪਤੀ ਪਤਨੀ ਦੇ ਕਰਮਾਂ ਅਨੁਸਾਰ ਇੱਕ ਦੂਜੇ ਨੂੰ ਦੁੱਖ ਜਾਂ ਸੁੱਖ ਦੇਣ ਵਾਲੇ ਸਾਥੀ ਦੇ ਸੰਜੋਗਾਂ ਨਾਲ ਜੋੜ ਕੇ ਮੇਲ ਕੀਤਾ ਜਾਂਦਾ ਹੈ। ਇਸ ਕਰਕੇ ਗ੍ਰਸਤ ਮਾਰਗ ਵਿੱਚ ਜੇਕਰ ਪਤਨੀ ਨੂੰ ਪਤੀ ਪਾਸੋਂ ਜਾਂ ਪਤੀ ਨੂੰ ਪਤਨੀ ਪਾਸੋਂ ਦੁੱਖ ਕਲੇਸ਼ ਮਿਲੇ ਤਾਂ ਉਸ ਨੂੰ ਆਪਣੇ ਪਿਛਲੇ ਜਨਮਾਂ ਦਾ ਸੰਬੰਧਿਤ ਫਲ ਸਮਝ ਕੇ ਸਹਾਰਨਾ ਚਾਹੀਦਾ ਹੈ। ਇੱਕ ਦੂਜੇ ਨੂੰ ਦੋਸ਼ੀ ਆਖ ਕੇ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਜਿਸ ਤਰ੍ਹਾਂ ਕਿ ਮਹਾਰਾਜ ਨੇ ਲਿਖਿਆ ਹੈ, ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਗੁਰੂ ਸਾਹਿਬ ਜੀ ਗ੍ਰਸਤੀ ਨੂੰ ਸੁਖੀ ਜੀਵਨ ਬਤੀਤ ਕਰਨ ਦੀ ਪੂਰਨ ਜੁਗਤੀ ਦੱਸਦੇ ਹਨ। ਧਨ ਪਿਰ ਇਹ ਨਾ ਆਖੀਆਂ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਇਸ ਦਾ ਭਾਵ ਹੈ ਕਿ ਪਤੀ ਪਤਨੀ ਦੇ ਸਰੀਰ ਭਾਵੇਂ ਦੋ ਹਨ, ਪਰ ਅੰਦਰੋਂ ਉਹਨਾਂ ਦੀ ਮਿਲ ਵਰਤਨ ਅਤੇ ਸੁਰ ਸਲਾਹ ਇੱਕ ਹੋਣੀ ਚਾਹੀਦੀ ਹੈ। ਜਿਵੇਂ ਗੱਡੇ ਦੇ ਪਹੀਏ ਭਾਵੇਂ ਦੋ ਹੁੰਦੇ ਹਨ, ਪਰ ਇਹਨਾਂ ਦੀ ਚਾਲ ਇੱਕ ਹੁੰਦੀ ਹੈ। ਜੇਕਰ ਉਹ ਆਪਸ ਵਿੱਚ ਮਿਲਵਰਤਨ ਕਰਕੇ ਇਕੱਠੇ ਨਾ ਚੱਲਣ ਤਾਂ ਗੱਡਾ ਆਪਣੇ ਟਿਕਾਣੇ 'ਤੇ ਨਹੀਂ ਪਹੁੰਚ ਸਕਦਾ। ਤਿਵੇਂ ਹੀ ਇਹ ਗ੍ਰਸਤ ਮਾਰਗ ਹੈ। ਜੇਕਰ ਪਤੀ ਪਤਨੀ ਇੱਕ ਦੂਜੇ ਦੀ ਸੁਰ ਸਲਾਹ ਨਾਲ ਚੱਲਣਗੇ ਤਾਂ ਆਪਣੀ ਜੀਵਨ ਯਾਤਰਾ ਦਾ ਸੁੱਖ ਭੋਗ ਸਕਣਗੇ। ਨਹੀਂ ਤਾਂ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਦੀ ਕਹਾਵਤ ਅਨੁਸਾਰ ਬੇਸੁਆਦਾ ਤੇ ਫਿੱਕਾ ਜੀਵਨ ਬਤੀਤ ਹੋਵੇਗਾ। ਸੋ ਗ੍ਰਸਤ ਮਾਰਗ ਦੇ ਨਵੇਂ ਵਾਤਾਵਰਣ ਵਿੱਚ ਪ੍ਰਵੇਸ਼ ਕਰਕੇ ਦੋਹਾਂ ਨੂੰ ਹੀ ਆਪਣੇ ਸੁਭਾਵਾਂ ਨੂੰ ਕੁਝ ਮੋੜ ਤੋੜ ਕਰਕੇ ਇੱਕ ਦੂਜੇ ਦੇ ਅਨੁਸਾਰ ਠੀਕ ਕਰ ਲੈਣ ਦਾ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਜੋ ਵੀ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਉਹ ਸਭ ਸੁਭਾਵ ਦੀ ਅਜੋੜਤਾ ਕਰਕੇ ਹੀ ਹੁੰਦੇ ਹਨ। ਜਦੋਂ ਕੰਨਿਆ ਨੂੰ ਵਰ ਦਾ ਪੱਲਾ ਫੜਾਉਣ ਦਾ ਸਮਾਂ ਆ ਜਾਂਦਾ ਹੈ ਤਾਂ ਬੀਬੀ ਦਾ ਪਿਤਾ ਜਾਂ ਵਾਰਸ ਵਰ ਦਾ ਪੱਲਾ ਬੀਬੀ ਨੂੰ ਫੜਾਵੇ ਅਤੇ ਰਾਗੀ ਸਿੰਘ ਪੜ੍ਹਨ, ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਝਾਈ, ਛੋੜਿਆ ਹੱਬ ਕਿਛ ਤਿਆਗੀ, ਹੱਬੇ ਸਾਖ ਕੁੜਾਵੇ ਡਿਠੇ, ਤਉ ਪੱਲਾ ਤੈਂਡੇ ਲਾਗੀ। ਵਰ ਨੂੰ ਸੰਬੋਧਨ ਕਰਕੇ ਇਹ ਆਖੇ, ਸਰਦਾਰ ਜੀ ਜਾਂ ਕਾਕਾ ਜੀ, ਜਨਮ ਉਪਰੰਤ ਤੁਹਾਡੀ ਸੰਗਿਆ ਬੱਚਾ ਸੀ, ਫਿਰ ਕੰਵਰ ਜਾਂ ਗੱਭਰੂ ਹੋਈ ਅਤੇ ਅੱਜ ਤੋਂ ਤੁਹਾਡੀ ਸੰਗਿਆ ਪਤੀ ਹੈ। ਜਿਵੇਂ ਬਚਪਨੇ ਦੇ ਸਮੇਂ ਬੱਚਾ ਬੱਚਿਆਂ ਵਾਲੇ ਗੁਣਾਂ ਨਾਲ ਹੀ ਸ਼ੋਭਾ ਪਾਉਂਦਾ ਹੈ ਅਤੇ ਜਵਾਨੀ ਸਮੇਂ ਜਵਾਨਾਂ ਵਾਲੇ ਗੁਣਾਂ ਉਦਮ ਆਦਿ ਨਾਲ ਵਡਿਆਇਆ ਜਾਂਦਾ ਹੈ, ਤਿਵੇਂ ਹੀ ਪਤੀ ਹੋ ਕੇ ਪੁਰਸ਼ ਨੂੰ ਪਤੀ ਵਾਲੇ ਗੁਣ ਧਾਰਨ ਕਰਕੇ ਹੀ ਸੁੱਖ ਤੇ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ। ਧਰਮ ਗ੍ਰੰਥਾਂ ਵਿੱਚ ਪਤੀ ਦੇ ਗੁਣ ਲੱਛਣ ਇਸ ਪ੍ਰਕਾਰ ਵਰਣਨ ਹਨ ਕਿ ਪਤੀ ਉਹ ਹੈ ਜੋ ਆਪਣੀ ਧਰਮ ਪਤਨੀ ਤੋਂ ਬਿਨਾਂ ਦੂਜੀ ਕਿਸੇ ਇਸਤਰੀ ਨਾਲ ਜਿਨਸੀ ਪ੍ਰੇਮ ਨਹੀਂ ਕਰਦਾ, ਜੋ ਪਤਨੀ ਨਾਲ ਹਰ ਦੁੱਖ ਸੁੱਖ ਦੇ ਸਮੇਂ ਇਕਸਾਰ ਵਰਤਾਓ ਤੇ ਪਾਲਣਾ ਕਰਦਾ ਹੈ ਤੇ ਜੋ ਪਤਨੀ ਦੀ ਪੱਤ ਦੀ ਰਾਖੀ ਕਰਦਾ ਹੈ, ਜਿਵੇਂ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਦੀ ਕੀਤੀ ਸੀ। ਇਸ ਬੀਬੀ ਦੇ ਮਾਤਾ ਪਿਤਾ ਨੇ ਗੁਰੂ ਜੀ ਦੇ ਇਸ ਵਾਕ ਅਨੁਸਾਰ ਗੁਰਮੁਖ ਢੂੰਡਦਿਆਂ
ਹਰ ਸੱਜਣ ਲੱਦਾ RAM ਰਾਜੇ। ਤੁਹਾਨੂੰ ਸਭ ਤੋਂ ਚੰਗਾ ਤੇ ਯੋਗਵਰ ਸਮਝ ਕੇ ਤੁਹਾਡੇ ਲੜ ਲਾਇਆ ਹੈ। ਤੁਸਾਂ ਇਸ ਲੜ ਲੱਗੀ ਦੀ ਲਾਜ ਰੱਖਣੀ ਹੈ ਅਤੇ ਆਪਣੇ ਪਤੀ ਪੁਣੇ ਦੇ ਫਰਜ਼ਾਂ ਨੂੰ ਜੋ ਅਸੀਂ ਪਿੱਛੇ ਦੱਸ ਕੇ ਆਏ ਹਾਂ ਪੂਰੀ ਤਰ੍ਹਾਂ ਨਿਭਾਉਣਾ ਹੈ। ਘਰ ਵਿੱਚ ਹਰ ਇੱਕ ਕਾਰਜ ਇਸ ਨਾਲ ਸਲਾਹ ਕਰਕੇ ਕਰਨਾ ਹੈ। ਇਸ ਦੇ ਮਾਤਾ ਪਿਤਾ ਅਥਵਾ ਹੋਰ ਸੰਬੰਧੀਆਂ ਦਾ ਆਪਣੇ ਮਾਤਾ ਪਿਤਾ ਅਤੇ ਸੰਬੰਧੀਆਂ ਵਰਗਾ ਹੀ ਸਤਿਕਾਰ ਕਰਨਾ ਹੈ। ਉਹਨਾਂ ਦੇ ਸਾਹਮਣੇ ਇਸ ਦੀ ਨਰਾਦਰੀ ਨਹੀਂ ਕਰਨੀ। ਜੇ ਆਪ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਤਾਂ ਅੰਮ੍ਰਿਤ ਜ਼ਰੂਰ ਛਕ ਲੈਣਾ ਅਤੇ ਆਪਣੇ ਸਿੱਖੀ ਧਰਮ ਵਿੱਚ ਪਰਪੱਕ ਰਹਿਣਾ। ਧਰਮ ਦੇ ਵਿਰੁੱਧ ਕੋਈ ਕੰਮ ਨਹੀਂ ਕਰਨਾ। ਆਪਣੇ ਬੱਚਿਆਂ ਨੂੰ ਸਿੱਖ ਮੱਤ ਤੇ ਰਹਿਣੀ ਬਹਿਣੀ ਦ੍ਰਿੜ ਕਰਵਾਉਣੀ। ਘਰ ਵਿੱਚ ਸਦਾ ਮਿੱਠਾ ਬੋਲਣਾ, ਜਿਸ ਕਰਕੇ ਤੁਹਾਡੀ ਪਤਨੀ ਬੜੇ ਮਾਣ ਨਾਲ ਆਪਣੀਆਂ ਸਹੇਲੀਆਂ ਤੇ ਰਿਸ਼ਤੇਦਾਰਾਂ ਨੂੰ ਦੱਸ ਸਕੇ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੋਰਾ। ਇਹਨਾਂ ਗੱਲਾਂ ਨੂੰ ਪ੍ਰਵਾਨਗੀ ਦੇਣ ਵਾਸਤੇ ਸਤਿਗੁਰੂ ਜੀ ਨੂੰ ਮੱਥਾ ਟੇਕਣਾ ਚਾਹੀਦਾ ਹੈ। ਉਹ ਤੁਹਾਨੂੰ ਇਹਨਾਂ ਗੱਲਾਂ ਨੂੰ ਪੂਰਾ ਕਰਨ ਵਾਸਤੇ ਬੁੱਧ ਬਲ ਬਖਸ਼ਣਗੇ ਅਤੇ ਆਪ ਸਹਾਈ ਹੋਣਗੇ। ਤੇ ਕੰਨਿਆ ਪ੍ਰਤੀ ਵੀ ਕੁਝ ਗੱਲਾਂ ਹਨ ਕਿ ਬੀਬੀ ਜੀ ਤੁਸੀਂ ਵੀ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਸੰਬੰਧੀ ਕੁਝ ਗੱਲਾਂ ਧਿਆਨ ਨਾਲ ਸੁਣ ਲਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਤੁਹਾਡੇ ਮਾਤਾ ਪਿਤਾ ਤੇ ਹੋਰ ਸੰਬੰਧੀਆਂ ਵੱਲੋਂ ਤੁਹਾਨੂੰ ਇਸ ਵਰ ਦੇ ਲੜ ਲਾਇਆ ਜਾਂਦਾ ਹੈ। ਅੱਜ ਤੋਂ ਇਹ ਤੁਹਾਡੇ ਪਤੀ ਤੇ ਤੁਸੀਂ ਇਹਨਾਂ ਦੀ ਪਤਨੀ ਹੋ। ਗ੍ਰੰਥਾਂ ਨੇ ਸ੍ਰੇਸ਼ਟ ਪਤਨੀ ਵਿੱਚ 4 ਵਿਸ਼ੇਸ਼ ਗੁਣ ਹੋਣੇ ਕਥਨ ਕੀਤੇ ਹਨ। ਉਹ ਇਹ ਹਨ, ਪਹਿਲਾ, ਪਤੀ ਦੀ ਕਮਾਈ ਉੱਤੇ ਸੰਤੋਖ ਰੱਖਣਾ। ਦੂਸਰਾ, ਪਤੀ ਬ੍ਰਤਾ ਧਰਮ ਵਿੱਚ ਦ੍ਰਿੜ ਹੋਣਾ। ਤੀਸਰਾ, ਘਰ ਦੇ ਕੰਮਾਂ ਵਿੱਚ ਦ੍ਰਿੜ ਹੋਣਾ। ਤੇ ਚੌਥਾ ਹੈ ਸੰਤਾਨ ਉਤਪੰਨ ਕਰਨ ਵਾਲੀ ਹੋਣਾ। ਸੋ ਆਪ ਜੀ ਨੇ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਕੇ ਸੱਚੇ ਅਰਥਾਂ ਵਿੱਚ ਪਤਨੀ ਬਣ ਕੇ ਘਰ-ਬਾਰ ਅਤੇ ਸਹੁਰੇ ਪੇਕਿਆਂ ਵਿੱਚ ਮਾਣ ਵਡਿਆਈ ਪ੍ਰਾਪਤ ਕਰਨੀ ਹੈ। ਪਤੀ ਨੂੰ ਪਰਮੇਸ਼ਰ ਰੂਪ ਕਰਕੇ ਮੰਨਣਾ ਅਤੇ ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ। ਘਰ ਵਿੱਚ ਕਈ ਵਾਰੀ ਵੱਧ ਘੱਟ ਗੱਲਾਂ ਵੀ ਹੋ ਜਾਂਦੀਆਂ ਹਨ, ਪਰ ਤੁਸਾਂ ਸਦਾ ਮਹਾਰਾਜ ਜੀ ਦੀ ਇਸ ਸਿੱਖਿਆ ਨੂੰ ਯਾਦ ਰੱਖਣਾ ਅਤੇ ਇਸ ਉੱਤੇ ਅਮਲ ਕਰਨਾ। ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਬਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਅਰਥਾਤ ਇਹਨਾਂ ਤਿੰਨਾਂ ਗੱਲਾਂ ਨੂੰ ਧਾਰਨ ਕਰਨਾ ਹੈ। ਉਹ ਇਹ ਹਨ, ਨਿਮਰਤਾ, ਬੋਲ ਕਬੋਲ ਨੂੰ ਸਹਾਰਨਾ ਅਤੇ ਮਿੱਠੀ ਜ਼ੁਬਾਨ ਬੋਲਣਾ। ਇਹਨਾਂ ਗੁਣਾਂ ਦੇ ਧਾਰਨ ਨਾਲ ਘਰ ਵਿੱਚ ਪ੍ਰਸੰਨਤਾ ਰਹਿੰਦੀ ਹੈ ਅਤੇ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਸ਼ੁਭ ਗੁਣਾਂ ਦੇ ਵਿਹਾਰ ਵਿਚਾਰ ਨਾਲ ਹੀ ਪਤੀ ਨੂੰ ਆਪਣੇ ਅਨੁਸਾਰੀ ਬਣਾਉਣ ਦਾ ਯਤਨ ਸਫਲ ਹੁੰਦਾ ਹੈ। ਗੁਣ ਕਾਮਣ ਕਾਮਣ ਕਰੈ, ਤਉ ਪਿਆਰੇ ਕੋ ਪਾਵੈ। ਇਹ ਗੱਲਾਂ ਨੂੰ ਯਾਦ ਰੱਖੋਗੇ ਤਾਂ ਨਿਸ਼ਚੈ ਹੀ ਸੁਖ ਪਾਓਗੇ। ਇਸ ਤਰ੍ਹਾਂ ਦੋਵਾਂ ਨੇ ਸਿੱਖੀ ਅਸੂਲਾਂ ਨੂੰ ਧਾਰਨ ਕਰਨਾ ਹੈ ਅਤੇ ਆਪਣੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਹੀ ਸਿੱਖ ਮੱਤ ਦੇਣੀ ਹੈ ਅਤੇ ਪਰਪੱਕ ਰੱਖਣਾ ਹੈ। ਇਹਨਾਂ ਗੱਲਾਂ ਨੂੰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਨੂੰ ਮੱਥਾ ਟੇਕਣਾ ਚਾਹੀਦਾ ਹੈ ਤਾਂ ਕਿ ਉਹ ਤੁਹਾਨੂੰ ਇਹਨਾਂ ਉੱਤੇ ਚੱਲਣ ਦਾ ਬਲ ਬਖਸ਼ਣ ਅਤੇ ਸਹਾਈ ਹੋਣ। ਜੀਵ ਦੀਆਂ 4 ਅਵਸਥਾ ਲਿਖੀਆਂ ਹਨ। ਪਹਿਲੀਆਂ 3 ਜਾਗਰਤ, ਸੁਪਨ ਤੇ ਸੁਖੋਪਤ ਸੰਸਾਰੀ ਜੀਵਾਂ ਨੂੰ ਵਿਆਪਦੀਆਂ ਹਨ। ਚੌਥੀ ਤੁਰਿਆ ਅਵਸਥਾ ਪੂਰਨ ਬ੍ਰਹਮ ਦੀ ਪ੍ਰਾਪਤੀ ਦੀ ਕਥਨ ਕੀਤੀ ਜਾਂਦੀ ਹੈ। ਇਸ ਪ੍ਰਕਾਰ ਹੀ ਇਹਨਾਂ 4 ਲਾਵਾਂ ਦੀ ਅਵਸਥਾ ਹੈ ਜਿਨ੍ਹਾਂ ਦੇ ਪੂਰਨ ਪ੍ਰਾਪਤੀ ਹੁੰਦੀ ਹੈ। ਇਸ ਆਧਾਰ ਉੱਤੇ ਹੀ 4 ਲਾਵਾਂ ਹਨ। ਇਹਨਾਂ ਦਾ ਭਾਵ ਵੀ ਇਹੀ ਹੈ ਕਿ ਸੱਚੇ ਸੁੱਚੇ ਗ੍ਰਸਤੀ ਬਣ ਕੇ ਈਸ਼ਵਰ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਪਹਿਲੀ ਲਾਭ ਇਹ ਹੈ, ਜੋ ਸ਼ੁਭ ਇੱਛਾ ਧਾਰ ਕੇ ਉਸ ਮਾਲਕ ਦੀ ਪ੍ਰਾਪਤੀ ਵਿੱਚ ਪ੍ਰਵਿਰਤ ਹੋਣਾ ਲੱਗਣਾ ਹੈ। ਦੂਜੀ ਵਿੱਚ ਉਸ ਦੇ ਗੁਣ ਗਾਉਣੇ ਅਤੇ ਉਸ ਨੂੰ ਸਰਵਵਿਆਪੀ ਹਾਜ਼ਰ ਨਾਜ਼ਰ ਵੇਖਣਾ ਹੈ। ਤੀਜੀ ਵਿੱਚ ਉਸ ਦੀ ਪ੍ਰਾਪਤੀ ਵਾਸਤੇ ਸੰਸਾਰ ਵੱਲੋਂ ਮੋਹ ਤੋੜ ਕੇ ਉਸ ਨਾਲ ਜੋੜਨਾ ਹੈ ਅਤੇ ਚੌਥੀ ਵਿੱਚ ਉਸ ਦੀ ਪ੍ਰਾਪਤੀ ਕਰਕੇ ਉਸ ਵਿੱਚ ਲੀਨ ਹੋਣਾ ਹੈ। ਲਾਮ ਪਹਿਲੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ, ਦ੍ਰਿੜਾਇਆ ਬਲਰਾਮ ਜੀਓ। ਪਹਿਲੀ ਲਾਮ ਦੁਆਰਾ ਵਾਹਿਗੁਰੂ ਨੇ ਪ੍ਰਵਿਰਤੀ ਯਾਨੀ ਕਿ ਗ੍ਰਸਥ ਧਰਮ ਦਾ ਕਰਮ ਨਿਸ਼ਚੈ ਕਰਾਇਆ ਹੈ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਬਾਣੀ ਜਿਸ ਦੁਆਰਾ ਪਰਮਾਤਮਾ ਅਤੇ ਗ੍ਰਸਥ ਧਰਮ ਜਾਣਿਆ ਜਾਂਦਾ ਹੈ, ਉਸ ਨੂੰ ਦ੍ਰਿੜ ਕਰੋ ਅਤੇ ਪਾਪਾਂ ਦਾ ਤਿਆਗ ਕਰੋ। ਧਰਮ ਦ੍ਰਿੜੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ।
ਆਪਣੇ ਇਸ ਧਰਮ ਨੂੰ ਦ੍ਰਿੜ ਕਰੋ ਜਿਸ ਵਿੱਚ ਤੁਸੀਂ ਪ੍ਰਵੇਸ਼ ਕਰਨ ਲੱਗੇ ਹੋ। ਨਾਮ ਦਾ ਸਿਮਰਨ ਕਰੋ ਅਤੇ ਸਿਮਰਨ ਕਰਕੇ ਉਸ ਨੂੰ ਦ੍ਰਿੜ ਕਰੋ, ਭਾਵ ਹਿਰਦੇ ਵਿੱਚ ਵਸਾਵੋ। ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਪੂਰੇ ਸਤਿਗੁਰ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਸਿਮਰਨ ਕਰੋ ਜੋ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਵੱਡੇ ਭਾਗਾਂ ਵਾਲਿਆਂ ਨੂੰ ਮਨ ਵਿੱਚ ਸਹਿਜੇ ਹੀ ਆਨੰਦ ਹੋਇਆ ਹੈ, ਜਿਨ੍ਹਾਂ ਨੇ ਹਰੀ ਨਾਮ ਨੂੰ ਮਨ ਵਿੱਚ ਮਿੱਠਾ ਪਿਆਰਾ ਕਰਕੇ ਵਸਾਇਆ ਹੈ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਗੁਰੂ ਜੀ ਕਹਿੰਦੇ ਹਨ, ਇਹ ਪਹਿਲੀ ਲਾਮ ਹੈ ਜਿਸ ਦੁਆਰਾ ਵਿਆਹ ਦਾ ਸ਼ੁਭ ਕੰਮ ਆਰੰਭ ਕੀਤਾ ਗਿਆ ਹੈ। ਇਸ ਦਾ ਭਾਵ ਅਰਥ ਇਹ ਹੈ, ਇਹ ਗ੍ਰਸਥ ਧਰਮ ਦਾ ਅਵਸਰ ਪੂਰਬਲੇ ਸੰਜੋਗ ਕਰਮਾਂ ਅਨੁਸਾਰ ਪ੍ਰਾਪਤ ਹੁੰਦਾ ਹੈ। ਇਸ ਨੂੰ ਧਾਰਨ ਕਰਕੇ ਨੇਕ ਕਰਮ ਕਰਨੇ ਅਤੇ ਬੁਰੇ ਕਰਮ ਤਿਆਗਣੇ ਚਾਹੀਦੇ ਹਨ। ਗੁਰੂ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਨਾਲ ਇਸ ਮਾਰਗ ਵਿੱਚ ਪੈਣ ਵਾਲੇ ਸਾਰੇ ਵਿਘਨ ਨਾਸ਼ ਹੋ ਜਾਂਦੇ ਹਨ। ਵਾਹਿਗੁਰੂ ਦੇ ਨਾਮ ਸਿਮਰਨ ਕਰਕੇ ਸਦਾ ਚੜ੍ਹਦੀਆਂ ਕਲਾਂ ਰਹਿੰਦੀਆਂ ਹਨ। ਆਪਣੇ ਪਿਆਰੇ ਨੂੰ ਮਿਲਣ ਦੀ ਇਹ ਪਹਿਲੀ ਪੌੜੀ ਹੈ। ਲਾਮ ਦੂਜੀ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਇਹ ਦੂਜੀ ਲਾਮ ਹੈ ਕਿ ਪਰਮਾਤਮਾ ਨੇ ਤੁਹਾਨੂੰ ਸਤਿਗੁਰੂ ਪੁਰਖ ਮਿਲਾ ਦਿੱਤਾ ਹੈ। ਇਸ ਮਿਲਾਪ ਨਾਲ ਮਨ ਭੈ ਰਹਿਤ ਹੋ ਗਿਆ ਹੈ ਅਤੇ ਹਉਮੈ ਦੀ ਮੈਲ ਮਨ ਤੋਂ ਦੂਰ ਹੋ ਗਈ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਸਤਿਗੁਰੂ ਜੀ ਨੇ ਤੁਹਾਡੇ ਮਨ ਵਿੱਚ ਮਨ ਨੂੰ ਸ਼ੁੱਧ ਕਰਨ ਵਾਲਾ ਭੈ ਪਾ ਦਿੱਤਾ ਹੈ, ਜਿਸ ਕਰਕੇ ਹਰੀ ਦੇ ਗੁਣ ਗਾ ਕੇ ਤੁਸੀਂ ਉਸ ਨੂੰ ਪ੍ਰਤੱਖ ਵੇਖਿਆ ਹੈ। ਮਾਲਕ ਨੇ ਆਪਣਾ ਆਪ ਪਸਾਰਿਆ ਹੋਇਆ ਹੈ ਅਤੇ ਸਰਬ ਵਿੱਚ ਭਰਪੂਰ ਹੋ ਰਿਹਾ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਅੰਦਰ ਬਾਹਰ ਉਹ ਇੱਕੋ ਹੀ ਪ੍ਰਭੂ ਹੈ। ਹਰ ਜਨ ਸੰਤ ਮਹਾਤਮਾ ਨੇ ਮਿਲ ਕਰਕੇ ਉਸ ਦੇ ਮੰਗਲ ਗਾਏ ਹਨ ਤਥਾ ਉਸ ਵਿਆਪਕ ਪ੍ਰਭੂ ਦੇ ਸੰਤ ਜਨ ਮਿਲ ਕੇ ਮੰਗਲ ਗਾਉਂਦੇ ਹਨ। ਗੁਰੂ ਜੀ ਨੇ ਇਹ ਦੂਜੀ ਲਾਮ ਚਲਾਈ ਹੈ ਕਿ ਅਨਹਦ ਸ਼ਬਦ ਖੁਸ਼ੀ ਦੇ ਵਾਜੇ ਵਜਾਏ ਹਨ। ਇਸ ਲਾਮ ਵਿੱਚ ਫਰਮਾਨ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਪੂਰਨ ਗੁਰੂ ਨਾਲ ਮੇਲ ਹੁੰਦਾ ਹੈ, ਜਿਸ ਨਾਲ ਮਨ ਦੀ ਹਉਮੈ ਦੂਰ ਹੋ ਜਾਂਦੀ ਹੈ। ਪਰਮਾਤਮਾ ਸਾਰੇ ਪਰਿਪੂਰਨ ਹੈ। ਸ਼ਰਧਾ ਤੇ ਪ੍ਰੇਮ ਨਾਲ ਉਸ ਦੇ ਗੁਣ ਗਾਇਨ ਕਰਨ ਨਾਲ ਹਿਰਦੇ ਅੰਦਰ ਉਸ ਦੇ ਸਿਮਰਨ ਦੀ ਇੱਕ ਰਸ ਧੁਨੀ ਉਪਜ ਪੈਂਦੀ ਹੈ। ਲਾਮ ਤੀਜੀ, ਹਰ ਤੀਜੜੀ ਲਾਮ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ, ਵਡ ਭਾਗੀਆ ਬਲਰਾਮ ਜੀਓ। ਇਹ ਤੀਸਰੀ ਲਾਮ ਹੈ ਕਿ ਹਰੀ ਦੀ ਕਿਰਪਾ ਦੁਆਰਾ ਉਸ ਨੂੰ ਮਿਲਣ ਵਾਸਤੇ ਤੁਹਾਡੇ ਮਨ ਵਿੱਚ ਚਾਅ ਪੈਦਾ ਹੋਇਆ ਹੈ। ਹਰੀ ਦੇ ਸੰਤ ਜਨਾਂ ਦੇ ਮੇਲ ਕਰਕੇ ਤੁਸੀਂ ਵੱਡੇ ਭਾਗਾਂ ਵਾਲਿਆਂ ਨੇ ਹਰੀ ਨੂੰ ਪਾਇਆ ਹੈ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਸੰਤ ਜਨਾਂ ਵਡ ਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਸੁੱਧ ਸਰੂਪ ਹਰੀ ਪ੍ਰਭੂ ਨੂੰ ਪਾ ਕੇ ਤੁਸੀਂ ਉਸ ਦੇ ਗੁਣ ਗਾਏ ਹਨ ਅਤੇ ਮੂੰਹ ਤੋਂ ਉਸ ਦੀ ਨਾਮ ਬਾਣੀ ਦਾ ਉਚਾਰਨ ਕੀਤਾ ਹੈ। ਵੱਡੇ ਭਾਗਾਂ ਕਰਕੇ ਸੰਤ ਜਨਾਂ ਦਾ ਮੇਲ ਹੋਇਆ ਹੈ। ਇਸ ਕਰਕੇ ਉਹਨਾਂ ਨਾਲ ਮਿਲ ਕੇ ਹਰੀ ਪ੍ਰਭੂ ਦੀ ਅਕਥ ਵਾਰਤਾ ਦਾ ਵਰਣਨ ਕਰੀਏ। ਹਿਰਦਾ ਹਰ 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 ਤੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ। ਉਸ ਦੀ ਅਕਥ ਕਥਾ ਕਰਨ ਨਾਲ ਹਿਰਦੇ ਵਿੱਚ ਉਸ ਦੇ ਹਰੀ ਨਾਮ ਦੀ ਧੁਨੀ ਪੈਦਾ ਹੋਈ ਹੈ। ਮੱਥੇ ਤੇ ਉੱਤਮ ਭਾਗਾਂ ਕਰਕੇ ਹਰੀ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਤੀਜੀ ਲਾਮ ਕਰਕੇ ਹਰੀਪਤੀ ਦੇ ਮਿਲਾਪ ਵਾਸਤੇ ਮਨ ਵਿੱਚ ਉਪਰਾਮਤਾ ਪੈਦਾ ਹੋ ਜਾਂਦੀ ਹੈ। ਇਸ ਲਾਮ ਵਿੱਚ ਕਥਨ ਕੀਤਾ ਹੈ ਕਿ ਪਤੀ ਪਰਮੇਸ਼ਰ ਦੇ ਮਿਲਾਪ ਵਾਸਤੇ ਮਨ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ। ਉਸ ਮਾਲਕ ਦੀ ਪ੍ਰਾਪਤੀ ਵੱਡੇ ਭਾਗਾਂ ਕਰਕੇ ਹੁੰਦੀ ਹੈ। ਉਸ ਦੀ ਮਹਿਮਾ ਦੇ ਗੁਣ ਕਥਨ ਕਰਨ ਨਾਲ ਉਸ ਦੇ ਨਾਮ ਦੀ ਧੁਨੀ ਇੱਕ ਰਸ ਹਿਰਦੇ ਵਿੱਚ ਪੈਦਾ ਹੋ ਜਾਂਦੀ ਹੈ ਅਤੇ ਮਿਲਾਪ ਵਾਸਤੇ ਮਨ ਵਿੱਚ ਵੈਰਾਗ ਪੈਦਾ ਹੋ ਜਾਂਦਾ ਹੈ। ਲਾਭ ਚੌਥੀ, ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ
ਬਲਰਾਮ ਜੀਓ। ਹੇ ਭਾਈ, ਚੌਥੀ ਲਾਮ ਦੁਆਰਾ ਪਤੀ ਪਰਮਾਤਮਾ ਨੂੰ ਪਾ ਲਿਆ ਹੈ, ਜਿਸ ਕਰਕੇ ਮਨ ਵਿੱਚ ਸਹਿਜ ਆਤਮ ਗਿਆਨ ਤਥਾ ਆਪਣੇ ਸਰੂਪ ਦਾ ਗਿਆਨ ਹੋ ਗਿਆ ਹੈ। ਗੁਰਮੁਖ ਪਿਆਰਾ ਸੁਭਾਵਕ ਹੀ ਮਿਲਿਆ ਹੈ, ਜਿਸ ਨੇ ਹਰੀ ਦਾ ਨਾਮ ਮਨ ਤੇ ਤਨ ਵਿੱਚ ਮਿੱਠਾ ਕਰਕੇ ਅਤੇ ਪਿਆਰਾ ਕਰਕੇ ਲਾ ਦਿੱਤਾ ਹੈ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵ ਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ। ਹਰੀ ਦਾ ਨਾਮ ਮਿੱਠਾ ਕਰਕੇ ਲਾ ਦਿੱਤਾ ਹੈ, ਜੋ ਮੇਰੇ ਮਾਲਕ ਨੂੰ ਭਾ ਗਿਆ ਹੈ ਅਤੇ ਰਾਤ ਦਿਨ ਮੇਰੀ ਲਿਵ ਉਸ ਵਿੱਚ ਲੱਗ ਗਈ ਹੈ। ਮਨ ਇੱਛਤ ਫਲ ਆਪਣਾ ਮਾਲਕ ਪਾ ਲਿਆ ਹੈ, ਜਿਸ ਕਰਕੇ ਉਸ ਹਰੀ ਦੇ ਨਾਮ ਦੀ ਵਧਾਈ ਵੱਜ ਰਹੀ ਹੈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਇਹ ਕਾਰਜ ਹਰੀ ਪ੍ਰਭੂ ਨੇ ਆਪ ਰਚਾਇਆ ਸੀ, ਜਿਸ ਕਰਕੇ ਇਸਤਰੀ ਦਾ ਹਿਰਦਾ ਉਸ ਦੇ ਨਾਮ ਕਰਕੇ ਖਿੜ ਗਿਆ ਹੈ, ਅਰਥਾਤ ਪ੍ਰਕਾਸ਼ਮਾਨ ਹੋ ਗਿਆ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਚੌਥੀ ਲਾਮ ਦੁਆਰਾ ਅਵਿਨਾਸ਼ੀ ਹਰ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਚੌਥੀ ਲਾਮ ਵਿੱਚ ਜਦ ਆਪਣੇ ਮਾਲਕ ਹਰੀ ਪ੍ਰਭੂ ਦੀ ਪ੍ਰਾਪਤੀ ਹੋ ਗਈ ਤਾਂ ਉਸ ਦਾ ਨਾਮ ਪਿਆਰਾ ਲੱਗਣ ਲੱਗ ਪਿਆ। ਇਹ ਪਿਆਰ ਜਦ ਉਸ ਮਾਲਕ ਨੂੰ ਪ੍ਰਵਾਨ ਹੋ ਗਿਆ ਤਾਂ ਉਸਨੇ ਕਿਰਪਾ ਕਰਕੇ ਪ੍ਰੇਮੀ ਦੀ ਪ੍ਰੀਤ ਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਆਪਣਾ ਕਰ ਲਿਆ ਅਤੇ ਫਿਰ ਉਹਨਾਂ ਦਾ ਇਹ ਰੂਪ ਹੋ ਗਿਆ। ਧਨ ਪਿਰ ਇਹ ਨਾ ਆਖੀਆਂ, ਬਹਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਐ ਸੋਏ। ਜਿਸ ਦੰਪਤੀ ਦੀ ਗ੍ਰਸਥ ਆਸ਼ਰਮ ਵਿੱਚ ਇਹ ਦਸ਼ਾ ਹੋ ਜਾਵੇ, ਉਹੀ ਸੁਖੀ ਤੇ ਸ਼ਾਂਤਮਈ ਸਫਲ ਜੀਵਨ ਬਤੀਤ ਕਰਦੇ ਹਨ। ਪਰੰਤੂ ਜਿਹੜੇ ਲੋਕ ਏਕ ਜੋਤ ਦੋਇ ਮੂਰਤੀ ਦੇ ਤੁਰਿਆ ਪਦ ਸਿਧਾਂਤ ਨੂੰ ਗ੍ਰਹਿਣ ਨਹੀਂ ਕਰਦੇ, ਉਹ ਪਹਿਲੀਆਂ ਤਿੰਨ ਅਵਸਥਾਵਾਂ ਜਾਗਰਤ, ਸੁਪਨ ਤੇ ਸੁਖੋਪਤ ਵਿੱਚ ਵਿਚਰਦੇ ਹੋਏ ਅਸ਼ਾਂਤ ਜੀਵਨ ਬਤੀਤ ਕਰਦੇ ਹਨ। ਚੌਥੀ ਲਾਮ ਦੇ ਪਾਠ ਉਪਰੰਤ ਲੜਕਾ ਲੜਕੀ ਫਿਰ ਆਪਣੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕ ਕੇ ਬੈਠ ਜਾਂਦੇ ਹਨ। ਗ੍ਰੰਥੀ ਸਿੰਘ ਸੰਪੂਰਨ ਆਨੰਦ ਸਾਹਿਬ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 917 ਤੋਂ ਸ਼ੁਰੂ ਕਰਦਾ ਹੈ। ਉਪਰੰਤ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਹਨ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਧਾ, ਅਕਾਲ ਮੂਰਤ ਵਰ ਪਾਇਆ ਬਿਨਾਸੀ, ਨਾ ਕਦੈ ਮਰੈ ਨਾ ਜਾਇਆ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਇਸ ਉਪਰੰਤ ਗ੍ਰੰਥੀ ਸਿੰਘ ਜਾਂ ਕੋਈ ਹੋਰ ਅਰਦਾਸ ਕਰਨ ਵਾਲਾ ਸੱਜਣ ਖੜਾ ਹੋ ਕੇ ਆਨੰਦ ਕਾਰਜ ਦੀ ਸੰਖੇਪ ਅਰਦਾਸ ਕਰਦਾ ਹੈ, ਜਿਸ ਵਿੱਚ ਬਾਕੀ ਸਾਰੀ ਸੰਗਤ ਬੈਠੀ ਰਹਿੰਦੀ ਹੈ। ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਮਰਿਆਦਾ ਅਨੁਸਾਰ ਇੱਥੇ ਲੜਕੇ ਲੜਕੀ ਦਾ ਨਾਮ ਲਈਦਾ ਹੈ। ਸੁਭਾਗ ਜੋੜੀ ਦਾ ਆਨੰਦ ਕਾਰਜ ਹੋਇਆ ਹੈ। ਆਪ ਜੀ ਨੇ ਇਸ ਜੋੜੀ ਨੂੰ ਗ੍ਰਸਥ ਮਾਰਗ ਵਿੱਚ ਸਫਲਤਾ ਅਤੇ ਖੁਸ਼ੀਆਂ ਬਖਸ਼ਣੀਆਂ, ਸਦਾ ਅੰਗ ਸੰਗ ਸਹਾਈ ਹੋਣਾ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਉਪਰੰਤ ਇੱਕ ਦੂਜੇ ਨੂੰ ਵਧਾਈਆਂ ਅਤੇ ਲੜਕੇ ਲੜਕੀ ਨੂੰ ਸੰਬੰਧੀਆਂ ਅਤੇ ਸੱਜਣਾ ਵੱਲੋਂ ਸਿਰ ਵਾਰਨੇ, ਸਿਹਰੇ ਪਾਉਣੇ ਆਦਿਕ ਦੀ ਰਸਮ ਕਰਨੀ ਹੁੰਦੀ ਹੈ। ਉਪਰੰਤ ਪਹਿਲਾਂ ਲੜਕੇ ਵਾਲਿਆਂ ਵੱਲੋਂ ਸਿਹਰਾ ਆਦਿ ਪੜ੍ਹੇ ਜਾਣ ਤੇ ਫਿਰ ਲੜਕੀ ਵਾਲਿਆਂ ਵੱਲੋਂ ਸਿੱਖਿਆ ਆਦਿ ਅਥਵਾ ਮਾਣਯੋਗ ਵਿਅਕਤੀਆਂ ਵੱਲੋਂ ਅਸੀਸਾਂ ਤੇ ਸ਼ੁਭ ਇੱਛਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ਜਦ ਇਹ ਸਾਰੀ ਕਾਰਵਾਈ ਹੋ ਜਾਵੇ ਤਾਂ ਫਿਰ ਦੀਵਾਨ ਦੀ ਸਮਾਪਤੀ ਪ੍ਰਥਾਏ ਸ਼੍ਰੀ ਆਨੰਦ ਸਾਹਿਬ ਜੀ ਦੀਆਂ ਪਹਿਲੀਆਂ 5 ਤੇ ਅੰਤਲੀ ਇੱਕ ਪੌੜੀ ਪੜ੍ਹ ਕੇ ਸਾਰੀ ਸੰਗਤ ਖੜੀ ਹੋ ਕੇ ਇਹ ਪੌੜੀ ਪੜ੍ਹਦੀ ਹੈ। ਤੂੰ ਠਾਕੁਰ ਤੁਮ ਪੈ ਅਰਦਾਸ। ਅਰਦਾਸੀਆ ਅਰਦਾਸ ਕਰਕੇ ਆਰੰਭ ਕਰਦਾ ਹੈ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਏ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਇਸ ਤਰ੍ਹਾਂ ਸਾਰੀ ਅਰਦਾਸ ਸੰਪੂਰਨ ਕਰਕੇ ਬੇਨਤੀ ਕਰਨੀ ਕਿ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਆਗਿਆ ਅਨੁਸਾਰ ਆਪ ਜੀ ਦੇ ਹਜ਼ੂਰ ਕਾਕੇ ਅਤੇ ਬੀਬੀ ਦਾ ਜੋ ਆਨੰਦ ਕਾਰਜ ਆਰੰਭ ਕੀਤਾ ਸੀ ਉਹ ਆਪ ਜੀ ਦੀ ਕਿਰਪਾ ਨਾਲ ਸੰਪੂਰਨ ਹੋਇਆ ਹੈ। ਆਪ ਜੀ ਨੇ ਕਿਰਪਾ ਕਰਕੇ ਇਸ ਸੁਭਾਗ ਜੋੜੀ ਨੂੰ ਗ੍ਰਸਥ ਮਾਰਗ ਦੇ ਸਾਰੇ ਸੁੱਖ ਤੇ ਖੁਸ਼ੀਆਂ ਬਖਸ਼ਣੀਆਂ,
ਸਦਾ ਅੰਗ ਸੰਗ ਹੋ ਕੇ ਗੁਰਮੁਖ ਜੀਵਨ ਦੀ ਦਾਤ ਬਖਸ਼ਣੀ। ਇਸ ਖੁਸ਼ੀ ਦੇ ਸਮੇਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਸੀਤ ਪ੍ਰਸਾਦ ਸਾਧ ਸੰਗਤ ਵਿੱਚ ਵਰਤੇ। ਆਈਆਂ ਸੰਗਤਾਂ ਦੀ ਹਾਜ਼ਰੀ ਅਤੇ ਤਿਲ ਫੁੱਟ ਭੇਟਾ ਪ੍ਰਵਾਨ ਕਰਨੀ। ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੁਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਉਪਰੰਤ ਸਾਰੀ ਸੰਗਤ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਅਤੇ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾ ਕੇ ਬੈਠ ਜਾਵੇ। ਉਪਰੰਤ ਗ੍ਰੰਥੀ ਸਿੰਘ ਮਹਾਰਾਜ ਜੀ ਦਾ ਹੁਕਮ ਲੈ ਕੇ ਉੱਪਰ ਰੁਮਾਲਾ ਪਾ ਦੇਣ ਅਤੇ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਜਾਵੇ। ਲਾਵਾਂ ਦੇ ਪਾਠ ਉਪਰੰਤ ਸੰਪੂਰਨ ਆਨੰਦ ਸਾਹਿਬ ਦਾ ਪਾਠ ਕਰਨ ਨਾਲ ਹੀ ਇਸ ਕਾਰਜ ਦਾ ਨਾਮ ਆਨੰਦ ਕਾਰਜ ਸਫਲਾ ਸਿੱਧ ਹੁੰਦਾ ਹੈ। ਅਤੇ ਫਿਰ ਇਸ ਤਰ੍ਹਾਂ ਹਰ ਇੱਕ ਦੀਵਾਨ ਦੀ ਸਮਾਪਤੀ ਸਮੇਂ ਮਹਾਰਾਜ ਜੀ ਨੂੰ ਪ੍ਰਸ਼ਾਦ ਦਾ ਭੋਗ ਲਵਾਉਣ ਵਾਸਤੇ ਅਤੇ ਦੀਵਾਨ ਦੀ ਸਮਾਪਤੀ ਵਾਸਤੇ ਸ਼੍ਰੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਹੀ ਇਸ ਕਾਰਜ ਦੀ ਸਮਾਪਤੀ ਸਮੇਂ ਵੀ ਪ੍ਰਸ਼ਾਦ ਦੇ ਭੋਗ ਲਵਾਉਣ ਵਾਸਤੇ ਸ਼੍ਰੀ ਆਨੰਦ ਸਾਹਿਬ ਦਾ ਪਾਠ 5 ਪੌੜੀਆਂ ਪਹਿਲੀਆਂ ਤੇ 1 ਪਿਛਲੀ ਇਹ ਕਰਨਾ ਵੀ ਗੁਰ ਮਰਿਆਦਾ ਅਨੁਸਾਰ ਹੋਣਾ ਜ਼ਰੂਰੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।